जिस पास बैठिया सोहिया सबना दा विसाहो। सतनाम श्री वाहिगुरु साहिब जी। सोरठ महला तीजा घर पहला ती तुकी। एक ओंकार सतगुर प्रसाद। भगतां दी सदा तू रखदा हर जियो। धुर तू रखदा आया प्रहलाद जन तुद राख लए हर जियो। हर नाखस मार पचाया गुरमुखानो प्रतीत है हर जियो। मन मुख परम भुलाया भगतां दी सदा तू रखदा हर जियो। धुर तू रखदा आया प्रहलाद जन तुद राख लए हर जियो। हर नाखस मार पचाया गुरमुखानो प्रतीत है हर जियो। मन मुख परम भुलाया हर जी एह तेरी वड्याई। भगतां की पैज रख तू सुवामी। भगत तेरी सरनाई हर जी एह तेरी वड्याई। भगतां की पैज रख तू सुवामी। भगत तेरी सरनाई रहाओ। वाहिगुरु जी का खालसा वाहिगुरु जी की फतेह। तन तन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਇੱਕ ਵਾਰੀ ਹੋਰ ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅੱਜ ਦੇ ਪਾਵਨ ਮੁੱਖ ਵਾਕ ਬਖਸ਼ਿਸ਼ ਹੋਏ ਹਨ, ਉਹ ਅਸੀਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤੇ ਹਨ। ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਬਾਰ-ਬਾਰ ਪਰਮੇਸ਼ਰ ਦਾ ਸਿਮਰਨ ਕਰਨ ਬਾਰੇ ਉਪਦੇਸ਼ ਕੀਤਾ ਗਿਆ ਹੈ। ਜਿੱਥੇ ਪਰਮੇਸ਼ਰ ਦਾ ਬਾਰ-ਬਾਰ ਜ਼ਿਕਰ ਹੈ, ਗੁਰੂ ਦਾ ਜ਼ਿਕਰ ਹੈ, ਉੱਥੇ ਪਰਮੇਸ਼ਰ ਨੂੰ ਜਪਣ ਵਾਲਿਆਂ ਦਾ, ਗੁਰੂ ਜੀ ਨੂੰ ਜਪਣ ਵਾਲਿਆਂ ਦਾ ਵੀ ਬਾਰ-ਬਾਰ ਜ਼ਿਕਰ ਕੀਤਾ ਗਿਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਜਗਤ ਦਾ ਰਟਨ ਕੀਤਾ, ਚੜ੍ਹਿਆ ਸੋਧਨ ਧਰਤ ਲੁਕਾਈ। ਪਰਮੇਸ਼ਰ ਨੂੰ ਜਪਣ ਵਾਲਿਆਂ ਦਾ ਇੰਨਾ ਸਤਿਕਾਰ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਨੇ। ਮਹਾਰਾਜ ਕਹਿੰਦੇ ਨੇ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਖਾ। ਕਿਤੇ ਹਜ਼ੂਰ ਕਹਿੰਦੇ ਨੇ, ਦਾਨ ਮਹਿੰਡਾ ਤਲੀ ਖਾਕ, ਜੇ ਮਿਲਿਆ ਤਾਂ ਮਸਤਕ ਲਾਈਐ। ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜੀ ਮਿਲ ਜਾਏ, ਬਸ ਇਹੀ ਮੇਰੇ ਵਾਸਤੇ ਸਭ ਤੋਂ ਵੱਡਾ ਦਾਨ ਹੈ। ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜੀ ਮਿਲੇ, ਮਸਤਕ ਨਾ ਲਾਉਣੀ ਚਾਹੀਦੀ ਹੈ। ਕਿਤੇ ਹਜ਼ੂਰ ਕਹਿੰਦੇ ਨੇ, ਪਰਣਵਤ ਨਾਨਕ ਤਿਨ ਕੀ ਸ਼ਰਨ, ਜਿਨ ਤੂੰ ਨਾਹੀ ਵਿਸਰਿਆ। ਹੇ ਮੇਰੇ ਕਰਤਾਰ, ਜਿਨ੍ਹਾਂ ਨੂੰ ਤੂੰ ਨਹੀਂ ਵਿਸਰਦਾ, ਮੈਂ ਸਦਾ ਹੀ ਉਹਨਾਂ ਦੀ ਸੰਗਤ ਵਿੱਚ ਰਹਿੰਦਾ ਹਾਂ। ਗਰੀਬ ਨਵਾਜ ਮਹਾਰਾਜ ਆਸਾ ਦੀ ਵਾਰ ਵਿੱਚ ਵੀ ਕਹਿੰਦੇ ਨੇ, ਭਗਤ ਤੇਰਾ ਮਨ ਭਾਵੰਦੇ। ਦੁਨੀਆ ਤੇ ਬਹੁਤ ਹੈ, ਸ੍ਰਿਸ਼ਟੀ ਤੇ ਬਹੁਤ ਹੈ, ਪਰ ਹਜ਼ੂਰ ਕਹਿੰਦੇ ਨੇ, ਮੇਰੇ ਪ੍ਰਭੂ, ਭਾਵੇਂ ਤੂੰ ਸਾਰਿਆਂ ਨੂੰ ਰਿਜ਼ਕ ਦੇਣਾ ਹੈ, ਰੋਜ਼ੀ ਦਿੰਦਾ ਹੈ, ਪਰ ਜਿਹੜੇ ਤੇਰੇ ਭਗਤ ਹਨ ਉਹ ਤੇਰੇ ਮਨ ਨੂੰ ਬਹੁਤ ਭਾਉਂਦੇ ਹਨ, ਭਾਵ ਕਿ ਤੈਨੂੰ ਬਹੁਤ ਚੰਗੇ ਲੱਗਦੇ ਹਨ। ਭਗਤ ਤੇਰਾ ਮਨ ਭਾਵੰਦੇ, ਉਹ ਕਾਰਨ ਇਹ ਹੈ ਵੀ ਦਰ ਸੋਹਣ ਕੀਰਤ ਗਾਉਂਦੇ, ਤੇਰੇ ਦਰ ਤੇ ਟਿਕੇ ਰਹਿੰਦੇ ਨੇ, ਤੇਰੀ ਕੀਰਤੀ ਕਰਦੇ ਨੇ, ਤੇਰੀ ਸਿਫਤ ਸਲਾਹ ਕਰਦੇ ਹਨ, ਤੇਰੇ ਚਰਨਾਂ ਵਿੱਚ ਲਿਵ ਲਾਈ ਰੱਖਦੇ ਨੇ, ਸੁਰਤ ਜੋੜੀ ਰੱਖਦੇ ਨੇ, ਤੈਨੂੰ ਹਰ ਵੇਲੇ ਗਾਉਂਦੇ ਰਹਿੰਦੇ ਨੇ। ਇਸ ਕਰਕੇ ਤੇਰੇ ਭਗਤ ਤੈਨੂੰ ਪਿਆਰੇ ਹਨ। ਗਰੀਬ ਨਵਾਜ ਮਹਾਰਾਜ ਅੱਜ ਦਾ ਪਾਵਨ ਮੁੱਖ ਵਾਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਕਿਰਪਾ ਨਾਲ ਜੋ ਬਖਸ਼ਿਸ਼ ਹੋਇਆ ਹੈ, ਉਹ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰੀਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਕਰ ਪਹਿਲਾ ਤੀ ਤੁਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੋਰਠ ਹੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਮੁੱਖ ਵਾਕ ਹੈ, ਔਰ ਤਿੰਨ ਤਿੰਨ ਤੁਕਾਂ ਦਾ ਇੱਕ ਬੰਦ ਹੈ। 8 ਪਦੇ ਹਨ ਇਸ ਪਾਵਨ ਸ਼ਬਦ ਦੇ। 3 ਤੁਕਾਂ ਵਾਲਾ ਇੱਕ ਬੰਦ ਹੈ। ਹਜ਼ੂਰ ਕਹਿੰਦੇ ਨੇ, ਇੱਕ ਓੰਕਾਰ, ਉਹ ਪਰਮੇਸ਼ਰ ਇੱਕ ਹੈ। ਸਤਿਗੁਰ ਪ੍ਰਸਾਦ, ਗੁਰੂ ਜੀ ਦੀ ਕਿਰਪਾ ਨਾਲ ਹੀ ਉਹ ਮਿਲਦਾ ਹੈ। ਸਾਧ ਸੰਗਤ, ਬਾਕੀ ਧਰਮਾਂ ਨੂੰ ਪੜ੍ਹ ਕੇ ਦੇਖੋ। ਇਸਲਾਮ ਧਰਮ ਜਦੋਂ ਉਹ ਕਲਮਾ ਪੜ੍ਹਦੇ ਨੇ, ਕਲਮੇ ਦੇ ਅਖੀਰ ਤੇ ਆਉਂਦਾ ਹੈ ਮੁਹੰਮਦ ਰਸੂਲ ਅੱਲਾ। ਮੁਸਲਮਾਨ ਵਾਸਤੇ ਇਹ ਜ਼ਰੂਰੀ ਹੈ ਵੀ ਅੱਲਾ ਤੇ ਮਿਲੇਗਾ, ਪਰ ਉਹਨੂੰ ਮਿਲੇਗਾ ਜਿਹੜਾ ਮੁਹੰਮਦ ਸਾਹਿਬ ਨੂੰ ਰਸੂਲ ਮੰਨੇਗਾ। ਮੁਹੰਮਦ ਸਾਹਿਬ ਦੇ ਰਸੂਲ ਮੰਨਣ ਕਰਕੇ ਹੀ ਅੱਲਾ ਮਿਲੇਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਥੇ ਇਹ ਨਹੀਂ ਆਖਿਆ ਰੱਬ ਇੱਕ ਹੈ,
ਉਹ ਸਦਾ ਰਹਿਣ ਵਾਲਾ ਹੈ, ਨਿਰਭਉ ਹੈ, ਨਿਰਵੈਰ ਹੈ, ਸਭ ਕੁਛ ਕਰਨ ਵਾਲਾ ਹੈ, ਵਿਆਪਕ ਹੈ, ਮੌਤ ਤੋਂ ਰਹਿਤ ਹੈ, ਜੂਨਾ ਤੋਂ ਰਹਿਤ ਹੈ। ਹਜ਼ੂਰ ਨੇ ਇਹ ਨਹੀਂ ਆਖਿਆ ਨਾਨਕ ਪ੍ਰਸਾਦ। ਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦ ਉਹ ਗੁਰੂ ਜੀ ਦੀ ਕਿਰਪਾ ਨਾਲ ਹੀ ਮਿਲਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ, ਪਰਮੇਸ਼ਰ ਇੱਕ ਹੈ, ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਸਾਧ ਸੰਗਤ, ਇਹ ਪਾਵਨ ਸ਼ਬਦ ਭਗਤਾਂ ਦੇ ਪਰਥਾਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਹਜ਼ੂਰ ਕਹਿੰਦੇ ਨੇ, ਹੇ ਮੇਰੇ ਪ੍ਰਭੂ ਜੀ, ਇਹ ਨਹੀਂ ਵੀ ਹੁਣੇ ਜਿਉਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਜਿਉਂ ਤੋਂ ਜਗਤ ਬਣਿਆ ਹੈ, ਉਸ ਵੇਲੇ ਤੋਂ ਹੀ ਤੂੰ ਭਗਤਾਂ ਦੀ ਸਦਾ ਤੋਂ ਰੱਖਦਾ ਆਇਆ ਹੈ, ਭਗਤਾਂ ਦੀ ਤੂੰ ਇੱਜ਼ਤ ਰੱਖਦਾ ਆਇਆ ਹੈ। ਧੁਰ ਤੂੰ ਰੱਖਦਾ ਆਇਆ। ਧੁਰ ਤੋਂ ਭਾਵ ਕੀ ਹੈ? ਜਦੋਂ ਤੋਂ ਇਹ ਤੂੰ ਜਗਤ ਬਣਾਇਆ, ਜਦੋਂ ਤੋਂ ਤੂੰ ਉਤਪਤੀ ਕੀਤੀ, ਜਦੋਂ ਦੀ ਸ੍ਰਿਸ਼ਟੀ ਦੀ ਤੂੰ ਰਚਨਾ ਕੀਤੀ, ਜਗਤ ਬਣਾਇਆ, ਉਸ ਵੇਲੇ ਤੋਂ ਸਾਰੀ ਦੁਨੀਆ ਇੱਕ ਪਾਸੇ ਹੋਏ, ਤੇਰਾ ਭਗਤ ਇੱਕ ਪਾਸੇ ਹੋਏ। ਹੇ ਮੇਰੇ ਪ੍ਰਭੂ, ਤੂੰ ਸਦਾ ਹੀ ਤੋਂ ਹੀ ਧੁਰ ਤੋਂ ਹੀ ਆਪਣੇ ਪਿਆਰਿਆਂ ਦੀ, ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆ। ਸਾਧ ਸੰਗਤ, ਇੱਕ ਸ਼ਬਦ ਹੈ, ਇੱਕ ਗੱਲ ਤੇ ਆਪਾਂ ਯਾਦ ਰੱਖੀਏ, ਜਿਹੜੇ ਭਗਤਾਂ ਦੀ ਬਾਣੀ, ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ, ਹਜ਼ੂਰ ਨੇ ਦਰਜ ਕੀਤੀ ਹੈ, ਬਰਾਬਰ ਤੇ ਬਿਠਾਇਆ ਹੈ। ਇੱਕ ਗੱਲ ਹਰ ਸਿੱਖ ਨੂੰ ਚੇਤੇ ਰੱਖਣੀ ਚਾਹੀਦੀ ਹੈ, ਹਰ ਭਗਤ ਨੇ ਆਖਿਆ ਹੈ, ਮੈਂ ਨਹੀਂ ਬੋਲਦਾ, ਮੇਰੇ ਅੰਦਰੋਂ ਉਹ ਪਰਮੇਸ਼ਰ ਬੋਲਦਾ ਹੈ। ਗੁਰੂ ਸਾਹਿਬਾਂ ਦੀ ਬਾਣੀ ਪੜ੍ਹ ਕੇ ਦੇਖੋ, ਬਾਬਾ ਨਾਨਕ ਜੀ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹੋਂ ਆਪ ਹੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਹੇ ਮੇਰੇ ਪ੍ਰਭੂ, ਮੈਨੂੰ ਤੇ ਬੋਲਣਾ ਵੀ ਨਹੀਂ ਸੀ ਆਉਂਦਾ, ਜੋ ਕੁਛ ਮੈਂ ਕਹਿ ਰਿਹਾ ਹਾਂ ਹਜ਼ੂਰ ਦਾ ਇੱਕ ਪਾਵਨ ਬਚਨ ਹੈ, ਗੁਰੂ ਨਾਨਕ ਸਾਹਿਬ ਦਾ। ਮਹਾਰਾਜ ਕਹਿੰਦੇ ਨੇ, ਇਹ ਜਿਹੜਾ ਨਾਨਕ ਹੈ, ਇਹ ਪਰਮੇਸ਼ਰ ਦੀ ਬਾਣੀ ਹੀ ਤੁਹਾਨੂੰ ਕਹਿ ਕੇ ਸੁਣਾ ਰਿਹਾ ਹੈ, ਮੈਂ ਆਪਣੇ ਕੋਲੋਂ ਤੁਹਾਨੂੰ ਕੁਛ ਨਹੀਂ ਕਹਿ ਰਿਹਾ। ਬਿਨਵੰਤ ਨਾਨਕ ਦਾਸ ਹਰ ਕਾ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਮੇਰੇ ਪ੍ਰਭੂ, ਮੈਂ ਉਦੋਂ ਹੀ ਕੁਛ ਕਹਿੰਦਾ ਹਾਂ ਜਦੋਂ ਤੁਸੀਂ ਮੇਰੇ ਕੋਲੋਂ ਕੁਛ ਕਹਾਉਂਦੇ ਹੋ। ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਭਾਈ, ਇਹ ਬਾਣੀ ਕਾਲ ਪੁਰਖ ਕੀ ਹੈ, ਇਹ ਬਾਣੀ ਮਹਾਂਪੁਰਖ ਕੀ, ਨਿਜ ਕਰਵਾਸਾ ਹੋਏ। ਬਾਬਾ ਕਬੀਰ ਜੀ ਦੇ ਕਹਿੰਦੇ ਨੇ, ਲੋਕ ਆਂਦੇ ਨੇ ਇਹ ਕਬੀਰ ਗੀਤ ਬੜੇ ਸੋਹਣੇ ਬੋਲਦਾ। ਬਾਬਾ ਕਬੀਰ ਜੀ ਕਹਿੰਦੇ ਹੋ, ਮੈਂ ਗੀਤ ਨਹੀਂ ਬੋਲਦਾ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਭਾਈ, ਇਹ ਰੱਬ ਦੀ ਵਿਚਾਰ ਹੈ, ਮੈਂ ਗੀਤ ਨਹੀਂ ਬੋਲਦਾ, ਇਹ ਤੋਂ ਬ੍ਰਹਮ ਵਿਚਾਰ। ਦਾਸ ਇਹ ਬੇਨਤੀ ਕਰਨੀ ਚਾਹੁੰਦਾ, ਭਗਤ ਵੀ ਕਹਿੰਦੇ ਨੇ ਅਸੀਂ ਆਪ ਨਹੀਂ ਬੋਲਦੇ, ਸਾਡੇ ਅੰਦਰੋਂ ਉਹ ਬੋਲਦਾ। ਭਗਤ ਨਾਮਦੇਵ ਜੀ ਦੇ ਅੰਦਰੋਂ ਪਰਮੇਸ਼ਰ ਦੀ ਆਵਾਜ਼ ਆਈ, ਬੜੇ ਧਿਆਨ ਨਾਲ ਸੁਣਨਾ। ਦਾਸ ਅਨਿੰਨ ਮੇਰੋ ਨਿਜ ਰੂਪ, ਜਿਹੜਾ ਮੇਰਾ ਪਿਆਰਾ ਹੈ, ਮੇਥੋਂ ਬਗੈਰ ਹੋਰ ਕਿਸੇ ਨਾਲ ਪਿਆਰ ਨਹੀਂ ਕਰਦਾ। ਅਨਿੰਨ ਕਹਿੰਦੇ ਨੇ ਜਿਹੜਾ ਇੱਕ ਨੂੰ ਪਿਆਰ ਕਰਨ ਵਾਲਾ ਹੋਏ, ਜਿਹੜਾ ਇੱਕ ਤੇ ਵਿਸ਼ਵਾਸ ਕਰਦਾ, ਜਿਹੜਾ ਕੇਵਲ ਇੱਕ ਨੂੰ ਜਪਦਾ ਹੈ, ਉਹਨੂੰ ਅਨਿੰਨ ਭਗਤ ਕਹਿੰਦੇ ਨੇ। ਪਰਮੇਸ਼ਰ ਕਹਿੰਦੇ ਨੇ, ਜਿਹੜਾ ਮੇਰਾ ਪਿਆਰਾ ਮੇਥੋਂ ਬਗੈਰ ਕਿਸੇ ਨਾਲ ਪਿਆਰ ਨਹੀਂ ਕਰਦਾ, ਉਹ ਮੇਰਾ ਨਿਜ ਸਰੂਪ ਹੈ, ਉਹ ਮੇਰਾ ਆਪਣਾ ਰੂਪ ਹੈ। ਦਾਸ ਅਨਿੰਨ ਮੇਰੂ ਨਿਜ ਰੂਪ। ਭਗਤ ਨਾਮਦੇਵ ਜੀ ਦਾ ਇਹ ਜਿਹੜਾ ਪਾਵਨ ਸ਼ਬਦ ਹੈ, ਦਰਸ਼ਨ ਨਿਮਕ ਤਾਪ ਤਰੇ ਮੋਚਨ, ਪਰਸਤ ਮੁਗਤ ਕਰਤ ਗ੍ਰਹਿ ਕੋ। ਬੜੇ ਧਿਆਨ ਨਾਲ ਸੁਣਨਾ।
ਭਗਤ ਜੀ ਦੇ ਅੰਦਰੋਂ ਰੱਬ ਜੀ ਬੋਲੇ। ਰੱਬ ਜੀ ਕਹਿੰਦੇ ਨੇ ਵੀ ਜਿਹੜਾ ਮੇਰਾ ਅਨਿੰਨ ਭਗਤ ਹੈ, ਜੇ ਕੋ ਉਹਦਾ ਦਰਸ਼ਨ ਕਰ ਲੇ ਨਿਮਖ ਮਾਤਰ, ਉਹਦੇ ਸਾਰੇ ਤਾਪ ਕੱਟੇ ਜਾਂਦੇ ਨੇ, ਆਦੀਆਂ ਵਿਆਦੀਆਂ ਉਪਾਦੀਆਂ ਸਾਰੇ ਰੋਹ ਕੱਟੇ ਜਾਂਦੇ ਨੇ। ਜੇ ਕੋ ਮੇਰੇ ਅਨਿੰਨ ਭਗਤ ਦੇ ਚਰਨ ਪਰਸ ਲਏ, ਉਹ ਵਿਕਾਰਾਂ ਦੇ ਖੂਹ ਚੋਂ ਨਿਕਲ ਜਾਂਦਾ ਹੈ, ਮਾਇਆ ਦੇ ਮੋਹ ਦੇ ਖੂਹ ਵਿੱਚ ਡਿੱਗਾ ਹੋਇਆ ਬਾਹਰ ਨਿਕਲ ਆਉਂਦਾ ਹੈ, ਮੇਰੇ ਨਾਲ ਮਿਲਾਪ ਹੋ ਜਾਂਦਾ ਹੈ। ਅਗਲੀ ਪੰਕਤੀ ਬੜੇ ਧਿਆਨ ਨਾਲ ਸੁਣਨੀ। ਭਗਤ ਨਾਮਦੇਵ ਜੀ ਦੇ ਅੰਦਰੋਂ ਪਰਮੇਸ਼ਰ ਜੀ ਬੋਲੇ, ਕਹਿੰਦੇ ਨੇ ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਇੰਨੀ ਇੱਜ਼ਤ ਰੱਖਦਾ ਪਰਮੇਸ਼ਰ ਆਪਣੇ ਭਗਤਾਂ ਦੀ। ਮਹਾਰਾਜ ਕਹਿੰਦੇ ਜੇ ਕਿਸੇ ਨੂੰ ਮੈਂ ਬੰਨ੍ਹ ਦਿਆਂ, ਮੇਰਾ ਭਗਤ ਉਹਨੂੰ ਛਡਾ ਸਕਦਾ ਹੈ। ਬੰਨ੍ਹਦਾ ਭਗਤ ਨਾ ਛੂਟੈ ਮੋਹੇ, ਪਰ ਜੇ ਕਿਸੇ ਨੂੰ ਮੇਰਾ ਭਗਤ ਬੰਨ੍ਹ ਦੇ, ਮੈਂ ਨਹੀਂ ਛਡਾ ਸਕਦਾ। ਅਸੀਂ ਸਾਰੇ ਪਿੰਡਾਂ ਨਾਲ ਪਿਛੋਕੜ ਰੱਖਣ ਵਾਲੇ ਆ, ਜਿਹੜੇ ਬਹੁਤੇ ਵੀਰ ਬੈਠੇ ਨੇ। ਪਿੰਡ ਵਿੱਚ ਜਾਂ ਸ਼ਹਿਰ ਵਿੱਚ, ਸਾਡੇ ਮਹੱਲੇ ਵਿੱਚ ਕੋਈ ਗਲਤ ਬੰਦਾ ਹੋਏ, ਬੜਾ ਭੈੜਾ ਬੰਦਾ ਹੋਏ, ਉਹਦੀਆਂ ਚੋਰੀਆਂ ਕਰਕੇ, ਉਹਦੀਆਂ ਨਲਾਇਕੀਆਂ ਕਰਕੇ ਕਈ ਵਾਰੀ ਮਹੱਲੇ ਵਾਲੇ ਦਾਨੇ ਪਰਦਾਨੇ ਪਿੰਡ ਦੀ ਪਰਿਆ ਉਹਨੂੰ ਥਾਣੇ ਵਿੱਚ ਫੜਾਉਂਦੀ ਹੈ। ਕੋਈ ਬੰਦਾ ਜਾਏ ਸਰਕਾਰੀ ਪਹੁੰਚ ਵਾਲਾ, ਉਸ ਗਲਤ ਬੰਦੇ ਨੂੰ ਛਡਾ ਕੇ ਲੈ ਆਵੇ, ਪੰਚਾਇਤ ਕਹਿੰਦੀ ਹੈ ਕਿ ਤੂੰ ਤਾਂ ਸਾਡੀ ਹੱਤਕ ਕਰ ਦਿੱਤੀ, ਇਹ ਤਾਂ ਸਾਡੀ ਪਿੱਠ ਲੱਗ ਗਈ, ਇਹ ਸਾਡੀ ਕੰਡ ਲੱਗ ਗਈ, ਇਹ ਸਾਡੀ ਬਹੁਤ ਵੱਡੀ ਹੱਤਕ ਹੈ, ਅਸੀਂ ਇਹ ਗਲਤ ਬੰਦਾ ਫੜਾਇਆ, ਤੂੰ ਫਲਾਣੇ ਦਾ ਆਖੇ ਕੋ ਛੱਡ ਦਿੱਤਾ। ਪਰਮੇਸ਼ਰ ਜੀ ਕਹਿੰਦੇ ਨੇ ਮੈਂ ਕਿਸੇ ਨੂੰ ਬੰਨ੍ਹ ਦਿਆਂ, ਮੇਰਾ ਭਗਤ ਉਹਨੂੰ ਛਡਾ ਸਕਦਾ ਹੈ, ਪਰ ਜੇ ਮੇਰਾ ਭਗਤ ਕਿਸੇ ਨੂੰ ਬੰਨ੍ਹ ਦੇ, ਮੈਂ ਉਹਨੂੰ ਨਹੀਂ ਛਡਾ ਸਕਦਾ। ਜੇ ਮੈਂ ਛਡਾ ਦਿਆਂ, ਫਿਰ ਤੇ ਮੇਰੇ ਭਗਤ ਦੀ ਪਿੱਠ ਲੱਗ ਗਈ, ਫਿਰ ਤੇ ਮੇਰੇ ਭਗਤ ਦੀ ਬੇਅਦਬੀ ਹੋ ਗਈ, ਫਿਰ ਤੇ ਮੇਰੇ ਭਗਤ ਦੀ ਹੱਤਕ ਹੋ ਗਈ। ਪਰਮੇਸ਼ਰ ਜੀ ਕਹਿੰਦੇ ਨੇ ਮੈਂ ਆਪਣੇ ਭਗਤ ਦੀ ਹੱਤਕ ਨਹੀਂ ਵੇਖਣਾ ਚਾਹੁੰਦਾ, ਮੈਂ ਉਹਦੀ ਕਦੇ ਪਿੱਠ ਨਹੀਂ ਲੱਗਣ ਦਿੰਦਾ, ਮੈਂ ਕਦੇ ਉਹਦੀ ਕੰਡ ਨਹੀਂ ਲੱਗਣ ਦਿੰਦਾ। ਸਾਰਾ ਜਗਤ ਇੱਕ ਪਾਸੇ ਹੋਏ, ਇੱਕ ਪਾਸੇ ਮੇਰਾ ਭਗਤ ਹੋਏ। ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਰੱਬ ਦੀ ਆਗਿਆਕਾਰ ਹੈ। ਅੱਗ ਪੌਣ ਪਾਣੀ ਸਮੁੰਦਰ ਸਾਰਾ, ਜਿੰਨੇ ਸ੍ਰਿਸ਼ਟੀ ਦੇ ਜੀਵ ਨੇ, ਪਸ਼ੂ ਪੰਛੀ, ਸਭ ਉਹਦੀ ਆਗਿਆ ਨੇ। ਆਸਾ ਦੀ ਵਾਰ ਪੜੋ, ਚੌਥੀ ਪੌੜੀ ਦਾ ਸਲੋਕ ਹੈ, ਪੈ ਵਿੱਚ ਪਵਨ ਮਹਿ ਸਦਵਾਓ, ਪੈ ਵਿੱਚ ਚੱਲੇ ਲੱਖ ਤੇ ਆਓ। ਕੇਵਲ ਚੇਤਾ ਕਰਾਉਣਾ ਚਾਹੁੰਦਾ ਆਪ ਜੀ ਨੂੰ ਮਹਾਰਾਜ ਦੀ ਕਿਰਪਾ ਨਾਲ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਆਗਿਆਕਾਰ ਹੈ, ਪਰ ਉਹ ਪਰਮੇਸ਼ਰ ਹਜ਼ੂਰ ਕਹਿੰਦੇ ਨੇ ਭਗਤਾਂ ਕਾ ਆਗਿਆਕਾਰੀ, ਸਦਾ ਸਦਾ ਸੁਖਦਾਈ। ਮੇਰਾ ਰੱਬ ਭਗਤਾਂ ਦਾ ਆਗਿਆਕਾਰੀ। ਆਗਿਆਕਾਰ ਕਿਹਨੂੰ ਕਹਿੰਦੇ? ਜੋ ਭਗਤ ਕਹਿ ਦੇ, ਰੱਬ ਕਹਿੰਦਾ ਜੀ ਸਤ ਬਚਨ। ਜੋ ਭਗਤ ਕਹਿ ਦੇ, ਰੱਬ ਕਹਿੰਦਾ ਜੀ ਸਤ ਬਚਨ। ਹਜ਼ੂਰ ਕਹਿੰਦੇ ਨੇ ਭਗਤਾਂ ਕਾ ਬੋਲਿਆ ਪਰਵਾਨ ਹੈ, ਦਰਗਹਿ ਪਵੈ ਥਾਉ। ਭਗਤਾਂ ਕਾ ਬੋਲਿਆ ਹੋਇਆ ਪ੍ਰਵਾਨ ਹੈ। ਇਸੇ ਕਰਕੇ ਤੇ ਸਾਧ ਸੰਗਤ ਸੁਭਾਵਕ ਹੀ ਬਾਬਾ ਅਮਰਦਾਸ ਨੇ ਜਲਾਇਆਂ ਦੀ ਖੱਡੀ ਵਿੱਚ ਡਿੱਗ ਪਏ। ਜਲਾਈ ਨੇ ਕਿਤੇ ਕਹਿ ਦਿੱਤਾ, ਘਰ ਵਾਲੇ ਨੇ ਪੁੱਛਿਆ ਖੜਾਕ ਆਇਆ ਹੈ, ਕੌਣ ਡਿੱਗਾ ਹੋਏਗਾ? ਘਰ ਵਾਲੀ ਨੇ ਕਹਿ ਦਿੱਤਾ ਕੌਣ ਹੋਏਗਾ? ਉਹੀ ਹੋਏਗਾ। ਨਥਾਵਾਂ ਵੀ ਆਖਿਆ ਬੜਾ ਕੁਝ, ਬੜਾ ਬੇਅਦਬੀ ਨਾਲ ਨਾਮ ਲਿਆ ਗੁਰੂ ਅਮਰਦਾਸ ਦਾ। ਬਾਬਾ ਅਮਰਦਾਸ ਸੁਭਾਵਕ ਹੀ ਤਰਸ ਵਿੱਚ ਆਣ ਕੇ ਕਹਿੰਦੇ ਨੇ ਕਮਲੀਏ ਮੇਰਾ ਤੇ ਥਾਂ ਹੈ, ਤੇਰਾ ਅਜੇ ਤੱਕ ਕੋਈ ਥਾਂ ਨਹੀਂ। ਹਜ਼ੂਰ ਨਿਕਲੇ, ਦਰਬਾਰ 'ਚ ਚਲੇ ਗਏ। ਬਸ ਆਸਾ ਦੀ ਵਾਰ ਦਾ ਜੇ ਭੋਗ ਪਿਆ, ਜਲਾਇਆ ਚਲਿਆ ਗਿਆ। ਮਹਾਰਾਜ ਬਾਬਾ ਅਮਰਦਾਸ ਨੇ ਮੇਰੀ ਜਲਾਈ ਨੂੰ ਕਮਲੀ ਕਰ ਦਿੱਤਾ। ਬਾਬਾ ਅਮਰਦਾਸ ਨੂੰ ਬੁਲਾਇਆ। ਹਜ਼ੂਰ ਪੁੱਛਦੇ ਨੇ ਪੁਰਖਾ ਜਲਾਈ ਕੋ ਕਮਲੀ ਕਰ ਦਿੱਤੀ। ਬਾਬਾ ਅਮਰਦਾਸ ਕਹਿੰਦੇ ਨੇ ਮਹਾਰਾਜ
ਮੈਂ ਤੇ ਕਮਲੀ ਨਹੀਂ ਕੀਤੀ। ਕੀ ਗੱਲ ਹੋਈ ਅੰਮ੍ਰਿਤ ਵੇਲੇ? ਬਾਬਾ ਅਮਰਦਾਸ ਕਹਿੰਦੇ ਮਹਾਰਾਜ ਇਹ ਤੇ ਸੁਭਾਵਕ ਹੀ ਗੱਲ ਹੋਈ। ਮੈਨੂੰ ਇਹ ਗੱਲ ਕਹਿੰਦੀ ਸੀ, ਮੈਂ ਸੁਭਾਵਕ ਹੀ ਕਹਿ ਦਿੱਤਾ ਕਮਲੀਏ ਮੇਰਾ ਤੇ ਥਾਂ ਹੈ, ਤੇਰਾ ਅਜੇ ਤੱਕ ਕੋਈ ਥਾਂ ਨਹੀਂ। ਬਾਬਾ ਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਪੁਰਖਾ ਹੁਣ ਸੰਭਲ ਕੇ ਬੋਲਿਆ ਕਰ। ਜਦੋਂ ਸੇਵਾ ਥਾਂ ਪੈ ਜਾਏ, ਸਿਮਰਨ ਥਾਂ ਪੈ ਜਾਏ, ਮੇਰਾ ਰੱਬ ਉਹਦਾ ਆਗਿਆਕਾਰੀ ਹੁੰਦਾ ਹੈ। ਜਦੋਂ ਸੇਵਾ ਥਾਂ ਪੈ ਜਾਏ ਮੇਰਾ ਰੱਬ ਉਹਨਾਂ ਦੇ ਬਚਨ ਪੂਰੇ ਕਰਦਾ। ਪੁਰਖਾ ਹੁਣ ਸੰਭਲ ਕੇ ਬੋਲਿਆ ਕਰ। ਗੁਰੂ ਅਮਰਦਾਸ ਮਹਾਰਾਜ ਫਿਰ ਆਨੰਦ ਸਾਹਿਬ ਦੀ ਬਾਣੀ ਚ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਲਣਾ, ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ। ਇਸੇ ਕਰਕੇ ਬਹੁਤਾ ਨਹੀਂ ਬੋਲਦੇ, ਕਿਉਂਕਿ ਹਜ਼ੂਰ ਕਹਿੰਦੇ ਨੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹਵੰਦੇ। ਜੋ ਭਗਤ ਮੁਖ ਤੋਂ ਬੋਲ ਦਿੰਦੇ ਨੇ ਉਹਨਾਂ ਦੇ ਵਚਨ ਪੂਰੇ ਹੋ ਜਾਂਦੇ ਨੇ। ਬੜਾ ਸੰਭਲ ਕੇ ਬੋਲਦੇ ਹਨ। ਗਰੀਬ ਨਵਾਜ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹੇ ਮੇਰੇ ਪ੍ਰਭੂ ਤੂੰ ਸਦਾ ਤੋਂ ਭਗਤਾਂ ਦੀ ਲਾਜ ਰੱਖਦਾ ਹੈ। ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ ਭਗਤ ਨਾਮਦੇਵ ਜੀ ਕਹਿੰਦੇ ਨੇ, ਰੱਬ ਜੀ ਕਹਿੰਦੇ ਨੇ ਮੇਰੀ ਬਾਂਦੀ ਭਗਤ ਛੁਡਾਵੈ, ਬਾਂਧੈ ਭਗਤ ਨ ਛੂਟੈ ਮੋਏ, ਏਕ ਸਮੈ ਮੋਹ ਕੋ ਗੈ ਬਾਂਧੈ। ਰੱਬ ਜੀ ਕਹਿੰਦੇ ਨੇ ਜੇ ਮੈਂ ਤੁਰਿਆ ਜਾਂਦਾ ਹੋਵਾਂ, ਮੇਰਾ ਭਗਤ ਮੈਨੂੰ ਫੜ ਕੇ ਬੰਨਣ ਲੱਗ ਪਏ ਰੱਸੇ ਨਾਲ, ਮੈਂ ਨਹੀਂ ਪੁੱਛਣ ਦਾ ਹੱਕ ਰੱਖਦਾ ਕਿ ਉਹ ਮੈਨੂੰ ਬੰਨਣ ਲੱਗਾ। ਮੈਂ ਤੇ ਪੁੱਛ ਵੀ ਨਹੀਂ ਸਕਦਾ ਕਿ ਉਹ ਮੈਨੂੰ ਬੰਨਣ ਲੱਗਾ। ਏਕ ਸਮੇਂ ਮੋਹ ਕੋ ਗਹਿ, ਮੈਨੂੰ ਫੜ ਕੇ ਏਕ ਸਮੇਂ ਮੋਹ ਕੋ ਗਹਿ ਬਾਂਧੈ, ਤਉ ਫੁਣ ਮੋਹ ਪੈ ਜਵਾਬ ਨਾ ਹੋਏ। ਮੈਂ ਜਵਾਬ ਨਹੀਂ ਦੇ ਸਕਦਾ, ਮੈਨੂੰ ਨਾ ਬੰਨ। ਮੈਂ ਗੁਣਵੰਤ ਸਗਲ ਕੀ ਜੀਵਨ, ਸਾਰਾ ਜਗਤ ਮੇਰੇ ਆਸਰੇ ਹੈ, ਸਾਰੇ ਜਗਤ ਦਾ ਜੀਵਨ ਮੇਰੇ ਆਸਰੇ ਹੈ। ਰੱਬ ਜੀ ਕਹਿੰਦੇ ਮੇਰੀ ਜੀਵਨ ਮੇਰੇ ਦਾਸ, ਮੇਰਾ ਜੀਵਨ ਮੇਰੇ ਭਗਤਾਂ ਦੇ ਆਸਰੇ ਹੈ। ਸਾਧ ਸੰਗਤ ਇੰਨਾ ਮਾਣ ਸੱਚੇ ਪਾਤਸ਼ਾਹ ਨੇ ਮਾਣਿਆ ਨਾ, ਗੁਰੂ ਬਾਬਾ ਨਾਨਕ ਸਾਹਿਬ ਨੇ ਸਾਰੇ ਭਗਤਾਂ ਨੂੰ ਆਪਣੇ ਬਰਾਬਰ ਤੇ ਬਿਠਾ ਲਿਆ। ਅੱਜ ਕੁਝ ਲੋਕ ਅਸੀਂ ਤਾਂ ਬੜੀ ਨਿਮਰਤਾ ਨਾਲ ਕਹਿੰਦੇ ਆ, ਸਾਡੇ ਜਗਤ ਗੁਰੂ ਜੀ ਨੇ, ਗਰੀਬ ਨਵਾਜ ਜੀ ਨੇ ਭਗਤਾਂ ਨੂੰ ਉਹਨਾਂ ਦੇ ਪਿੰਡਾਂ ਵਿੱਚ ਜਾ ਕੇ, ਉਹਨਾਂ ਦੇ ਘਰਾਂ ਵਿੱਚੋਂ ਜਾ ਕੇ ਬੜੇ ਅਦਬ ਨਾਲ ਲਿਆਂਦਾ। ਰਵਿਦਾਸ ਜੀ ਆਓ ਸਾਡੇ ਘਰ, ਬਾਬਾ ਕਬੀਰ ਜੀ ਆਓ ਸਾਡੇ ਘਰ, ਭਗਤ ਪੀਪਾ ਜੀ ਆਓ ਸਾਡੇ ਘਰ, ਭਗਤ ਜੈਦੇਵ ਜੀ ਆਓ ਸਾਡੇ ਘਰ, ਭਗਤ ਧੰਨਾ ਜੀ ਆਓ ਸਾਡੇ ਘਰ। ਸਾਨੂੰ ਤੇ ਭਗਤਾਂ ਦੇ ਪਿੰਡਾਂ ਦੇ ਨਾਮਾਂ ਦਾ ਵੀ ਨਹੀਂ ਪਤਾ। ਧੰਨ ਸਾਡਾ ਬਾਬਾ ਨਾਨਕ ਜੀ ਨੇ ਉਹਨਾਂ ਦੇ ਪਿੰਡਾਂ 'ਚ ਘਰਾਂ 'ਚ ਜਾ ਕੇ ਆਖਿਆ ਆਓ ਸਾਰੇ ਮੇਰੇ ਘਰ ਵਿੱਚ। ਅੱਜ ਬਾਬੇ ਨਾਨਕ ਦੇ ਘਰ ਵਿੱਚ ਸਾਰੇ ਇੱਕਮਿਕ ਹੋ ਕੇ ਬੈਠੇ ਨੇ। ਕੁਝ ਲੋਕ ਭਗਤਾਂ ਨੂੰ ਉਠਾ ਕੇ ਧੱਕੇ ਨਾਲ ਉਹਨਾਂ ਦੀ ਬਾਹ ਫੜ ਕੇ ਲੈ ਕੇ ਜਾਣਾ ਚਾਹੁੰਦੇ ਨੇ। ਸਾਧ ਸੰਗਤ ਨਾ ਉਹ ਭਗਤਾਂ ਦੀ ਖੁਸ਼ੀ ਲੈ ਸਕਦੇ, ਨਾ ਉਹ ਸਾਡੇ ਬਾਬੇ ਦੀ ਖੁਸ਼ੀ ਲੈ ਸਕਦੇ ਨੇ। ਉਹ ਸਾਰੇ ਇੱਕ ਹਨ। ਬੇਗਮਪੁਰਾ ਸ਼ਹਿਰ ਕੋ ਨਾਉ, ਉਹ ਸਾਰੇ ਬੇਗਮਪੁਰੇ ਦੇ ਵਾਸੀ ਹਨ। ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ ਹੈ, ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰਾ ਰੱਬ ਕਹਿੰਦਾ ਹੈ ਮੈਂ ਭਗਤਾਂ ਦੀ ਬੇਅਦਬੀ ਨਹੀਂ ਕਰ ਸਕਦਾ। ਅਸੀਂ ਸਾਖੀ ਬੜੀ ਵਾਰੀ ਸੁਣੀ ਸਾਧ ਸੰਗਤ, ਮੈਂ ਸਾਖੀ ਨਹੀਂ ਸੁਣਾਉਣੀ, ਕੇਵਲ ਚੇਤਾ ਕਰਾਉਣਾ ਚਾਹੁੰਦਾ। ਲਾਹੌਰ ਵਿੱਚ ਭਾਈ ਬੁੱਧੂ ਬੜਾ ਅਮੀਰ ਬੰਦਾ ਸੀ। ਅਰਦਾਸ ਕਰਾਈ ਆਵੇ ਪੱਕ ਜਾਣ, ਸਿੱਖ ਆਏ ਲੰਗਰ ਪਾਣੀ ਛਕ ਰਹੇ ਨੇ। ਅਰਦਾਸ ਹੋਈ, ਇੱਕ ਸਿੱਖ ਦੇ ਬਸਤਰ ਮੈਲੇ ਸਨ, ਗਰੀਬ ਸੀ ਵਿਚਾਰਾ ਬਹੁਤ, ਉਹਨੂੰ ਅੰਦਰ ਨਹੀਂ ਆਉਣ ਦਿੱਤਾ ਸੇਵਾਦਾਰ ਨੇ। ਉਹਨੂੰ ਭੁੱਖ ਵੀ ਲੱਗੀ ਸੀ, ਉਹਨੇ ਕੱਲ ਦਾ ਵੀ ਪ੍ਰਸ਼ਾਦਾ ਨਹੀਂ ਸੀ ਛਕਿਆ। ਪਤਾ ਲੱਗਾ ਅੱਜ ਗੁਰੂ ਨਾਨਕ ਦੇ ਸਿੱਖ ਦੇ ਘਰ ਵਿੱਚ ਲੰਗਰ ਪਾਣੀ ਹੈ, ਚਲੋ ਉੱਥੋਂ ਛਕਦੇ। ਜਦੋਂ ਉਹਨੂੰ ਅੰਦਰ ਨਹੀਂ ਆਉਣ ਦਿੱਤਾ, ਲੰਗਰ ਛਕ ਲਿਆ, ਅਰਦਾਸ ਹੋਈ, ਬਾਹਰ ਆਵਾਜ਼ ਆਈ ਮਹਾਰਾਜ ਭਾਈ ਬੁੱਧੂ ਦਾ ਆਵਾ ਪੱਕ ਜਾਏ। ਭਾਈ ਮਹਾਰਾਜ ਭਾਈ ਬੁੱਧੂ ਦੇ ਆਵੇ ਪੱਕ ਜਾਣ। ਉਧਰ ਭਾਈ ਲੱਖੂ ਕਹਿ ਰਿਹਾ ਭਾਈ ਬੁੱਧੂ ਤੇਰਾ ਆਵਾ ਕੱਚਾ ਹੀ ਰਹੇਗਾ, ਭਾਈ ਬੁੱਧੂ ਤੇਰੇ ਆਵੇ ਕੱਚੇ ਰਹਿਣਗੇ, ਭਾਈ ਬੁੱਧੂ ਤੇਰੇ ਆਵੇ ਕੱਚੇ ਰਹਿਣਗੇ। ਬਾਰ-ਬਾਰ ਆਖਿਆ।
ਭਾਈ ਬੁੱਧੂ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਆਏ, ਮਹਾਰਾਜ ਆਹ ਗੱਲ ਹੋਈ ਹੈ, ਹੁਣ ਕੀ ਕੀਤਾ ਜਾਏ? ਮਹਾਰਾਜ ਕਹਿੰਦੇ ਨੇ ਭਾਈ ਬੁੱਧੂ, ਇੱਕ ਬੰਨੇ ਭਾਈ ਲੱਖੂ ਹੈ, ਸੰਗਤ ਨੇ ਅਰਦਾਸ ਕੀਤੀ ਹੈ ਭਾਈ ਬੁੱਧੂ ਦੇ ਆਵੇ ਪੱਕ ਜਾਣ। ਭਾਈ ਲੱਖੂ ਕਹਿੰਦਾ ਭਾਈ ਬੁੱਧੂ ਦੇ ਆਵੇ ਕੱਚੇ ਰਹਿਣਗੇ। ਭਾਈ ਬੁੱਧੂ, ਮੈਂ ਸੰਗਤ ਦੀ ਵੀ ਨਹੀਂ ਮੋੜ ਸਕਦਾ, ਪਰ ਮੈਂ ਭਾਈ ਲੱਖੂ ਦੀ ਵੀ ਪਿੱਠ ਨਹੀਂ ਲਾ ਸਕਦਾ। ਭਾਈ ਬੁੱਧੂ ਹੁਣ ਆਵੇ ਤੇ ਰਹਿਣਗੇ ਕੱਚੇ ਹੀ, ਪਰ ਸੰਗਤ ਦੀ ਮੈਂ ਨਹੀਂ ਮੋੜ ਸਕਦਾ। ਹਾਂ ਇਹ ਹੈ, ਰਹਿਣਗੇ ਕੱਚੇ, ਪਰ ਤੇਰੀਆਂ ਕੱਚੀਆਂ ਵੀ ਪੱਕਿਆਂ ਦੇ ਪਾ ਵਿਕਣਗੀਆਂ। ਵਰਖਾ ਹੋਈ, ਕਿਲੇ ਦੀ ਦੀਵਾਰ ਢਹਿ ਗਈ, ਵਾਹਿਗੁਰੂ ਦੀ ਕਲਾ ਵਾਪਰੀ। ਰਾਜੇ ਨੇ ਆਖਿਆ ਭਾਈ ਬੁੱਧੂ ਸ਼ਾਹ, ਸਾਨੂੰ ਜਿੰਨੀਆਂ ਇੱਟਾਂ ਤੇ ਪਿੱਲੀਆਂ ਸਨ, ਜਦੋਂ ਆਵੇ ਖੋਲੇ ਇੱਟਾਂ ਕੱਚੀਆਂ ਸਨ, ਪਰ ਰਾਜੇ ਨੇ ਪੱਕਿਆਂ ਦੇ ਪਾਈ ਖਰੀਦ ਲਈਆਂ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਜਿਉਂ ਤੋਂ ਸ੍ਰਿਸ਼ਟੀ ਬਣੀ ਹੈ ਤੂੰ ਉਦੋਂ ਤੋਂ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਆਇਆ ਹੈ। ਹਾਂਜੀ, ਪ੍ਰਹਿਲਾਦ ਜਨ ਦੁੱਧ ਰਾਖ ਲਏ ਹਰ ਜੀਓ। ਫਿਰ ਉਦਾਹਰਨ ਦਿੱਤੀ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਤੂੰ ਭਗਤ ਪ੍ਰਹਿਲਾਦ 5 ਸਾਲ ਦੀ ਉਮਰ, ਭਗਤ ਪ੍ਰਹਿਲਾਦ ਵਰਗੇ ਹੋਰ ਵੀ ਬੜੇ ਭਗਤ, ਤੂੰ ਭਗਤ ਪ੍ਰਹਿਲਾਦ ਤੇ ਉਹਨਾਂ ਵਰਗੇ ਭਗਤਾਂ ਦੀ ਪੈਜ ਰੱਖ ਲਈ। ਹਰਨਾਖਸ ਮਾਰ ਪਚਾਇਆ। ਹਜ਼ੂਰ ਕਹਿੰਦੇ ਨੇ ਆਪਣੇ ਪ੍ਰਹਿਲਾਦ ਦੀ ਲਾਜ ਰੱਖਣ ਲਈ, ਭਗਤ ਪ੍ਰਹਿਲਾਦ ਦੀ ਲਾਜ ਰੱਖਣ ਲਈ ਤੂੰ ਹਰਨਾਕਸ਼ ਨੂੰ 9 ਦੇ ਨਾਲ ਚੀਰ ਦਿੱਤਾ। ਉਹਨੂੰ ਆਪਣੇ ਭਗਤ ਦੀ ਪੈਜ ਰੱਖਣ ਲਈ ਕਿਸੇ ਨੂੰ 9 ਨਾਲ ਵੀ ਚੀਰਨਾ ਪਏ, ਉਹ 9 ਨਾਲ ਵੀ ਚੀਰ ਦਿੰਦਾ, ਉਹ ਬਚ ਨਹੀਂ ਸਕਦਾ। ਹਾਂਜੀ, ਗੁਰਮੁਖਾਂ ਨੋ ਪ੍ਰਤੀਸਤ ਹੈ ਹਰ ਜੀਓ। ਇਹ ਹੁਣ ਜਿਹੜੀ ਗੱਲ ਹੈ ਭਈ ਭਗਤਾਂ ਦੀ, ਉਹ ਹਰ ਹਾਲਤ ਵਿੱਚ ਰੱਖਦਾ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਵਿਸ਼ਵਾਸ ਹੈ ਇਸ ਗੱਲ ਦਾ, ਜਿਹੜੇ ਮਨਮੁਖ ਹਨ ਉਹ ਇਸ ਗੱਲ ਦੀ ਯਕੀਨ ਨਹੀਂ ਕਰਦੇ, ਵਿਸ਼ਵਾਸ ਨਹੀਂ ਕਰਦੇ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ। ਹੈ ਮੇਰੇ ਪ੍ਰਭੂ, ਜਿਹੜੇ ਗੁਰਮੁਖ ਹਨ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ, ਤੂੰ ਭਗਤਾਂ ਦੀ ਪਿਆਜ ਰੱਖਦਾ ਹੈ। ਮਨਮੁਖ ਭਰਮ ਭੁਲਾਇਆ। ਪਰ ਜਿਹੜੇ ਮਨਮੁਖ ਹਨ ਉਹ ਭਰਮਾਂ 'ਚ ਪੈ ਕੇ ਭੁੱਲੇ ਰਹਿੰਦੇ ਨੇ, ਕਦੇ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਦੇ, ਤੇ ਉਹ ਪ੍ਰਭੂ ਦੇ ਭਗਤਾਂ ਨਾਲ ਜਾ ਮੱਥਾ ਲਾਉਂਦੇ ਹਨ। ਸਾਧ ਸੰਗਤ ਗਰੀਬ ਨਵਾਜ ਇਹ ਕਹਿਣਾ ਚਾਹੁੰਦੇ ਨੇ, ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਹਨ ਉਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੈ, ਉਹ ਫਿਰ ਪ੍ਰਭੂ ਦੇ ਭਗਤਾਂ ਨਾਲ ਹੀ ਜਾ ਕੇ ਆਡਾ ਲਾ ਲੈਂਦੇ ਨੇ। ਹਾਂਜੀ, ਹਰ ਜੀ ਇਹ ਤੇਰੀ ਵਡਿਆਈ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਅਰਦਾਸ ਕਰਦੇ ਰਹੇ, ਮੇਰੇ ਪ੍ਰਭੂ, ਇਹ ਭਗਤਾਂ ਦੀ ਜਿਹੜੀ ਇੱਜ਼ਤ ਹੈ ਇਹ ਤੇਰੀ ਆਪਣੀ ਇੱਜ਼ਤ ਹੈ, ਇਹਨਾਂ ਦੀ ਵਡਿਆਈ ਤੇਰੀ ਵਡਿਆਈ ਹੈ। ਸਾਧ ਸੰਗਤ ਜੀ ਦੇ ਘਰ ਵਿੱਚ ਬੱਚਾ ਨਾ ਹੋਏ, ਧੀ ਪੁੱਤਰ ਨਾ ਹੋਏ, ਉਹਨੂੰ ਅੰਤਰਾ ਕਹਿੰਦੇ ਨੇ ਆ ਦੁਨੀਆ ਦੇ ਲੋਕ, ਪਰ ਨਹੀਂ ਕਹਿਣਾ ਚਾਹੀਦਾ, ਰੱਬ ਦੀ ਖੇਡ ਹੈ। ਪਰਮੇਸ਼ਰ ਜੀ ਕਹਿੰਦੇ ਨੇ ਮੈਂ ਅੰਤਰੇ ਰਹਿਣਾ ਸੀ, ਜੇ ਮੇਰੇ ਭਗਤ ਨਾ ਹੁੰਦੇ ਮੈਂ ਅੰਤਰੇ ਰਹਿਣਾ ਸੀ। ਪਰਮੇਸ਼ਰ ਜੀ ਨੇ ਇੰਨਾ ਮਾਣ ਕੀਤਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ, ਮੇਰੇ ਪ੍ਰਭੂ, ਇਹਨਾਂ ਦੀ ਵਡਿਆਈ ਤੇਰੀ ਆਪਣੀ ਹੀ ਵਡਿਆਈ ਹੈ। ਭਗਤਾ ਕੀ ਪੈਜ ਰੱਖ ਤੂੰ ਸੁਆਮੀ। ਹੇ ਮੇਰੇ ਪ੍ਰਭੂ, ਇਹਨਾਂ ਦੀ ਪੈਜ ਤੇਰੀ ਪੈਜ ਹੈ, ਇਹਨਾਂ ਦੀ ਇੱਜ਼ਤ ਤੇਰੀ ਇੱਜ਼ਤ ਹੈ। ਆਪਣੇ ਭਗਤਾਂ ਦੀ ਪੈਜ ਰੱਖੋ, ਕਿਰਪਾ ਕਰੋ, ਇਹਨਾਂ ਦੀ ਇੱਜ਼ਤ ਰੱਖੋ। ਭਗਤ ਤੇਰੀ ਸਰਨਾਈ। ਜਿਹੜੇ ਤੇਰੇ ਭਗਤ ਹਨ, ਤੇਰੀ ਸ਼ਰਨ ਵਿੱਚ ਰਹਿੰਦੇ ਹਨ, ਇਹਨਾਂ ਦੀ ਪੈਜ ਰੱਖੋ। ਸਾਧ ਸੰਗਤ ਭੱਟ ਸਾਹਿਬਾਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਕੋਈ ਸਵੀਆ ਵਿਚਾਰਨ ਕੀਤਾ 60 ਸਵਈ। ਭੱਟ ਜੀ ਕਹਿੰਦੇ ਨੇ ਮੇਰੀ ਲਾਜ ਰੱਖੋ, ਲਾਜ ਰੱਖੋ। ਜਦੋਂ ਕਿਸੇ ਨੇ ਸਹਾਇਤਾ ਲੈਣੀ ਹੋਵੇ ਉਹ ਫਿਰ ਕਹਿੰਦਾ ਤੁਸੀਂ ਫਲਾਣੇ ਦੀ ਮਦਦ ਕੀਤੀ, ਫਲਾਣੇ ਦੀ ਮਦਦ ਕੀਤੀ। ਭੱਟ ਜੀ ਕਹਿੰਦੇ ਨੇ ਅਬ ਰਾਖੋ ਦਾਸ ਭਾਟ ਕੀ ਲਾਜ। ਮਹਾਰਾਜ ਗੁਰੂ ਰਾਮਦਾਸ ਹੁਣ ਇਸ ਭੱਟ ਦੀ ਵੀ ਲਾਜ ਰੱਖੋ। ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ। ਜਿੱਦਾਂ ਤੁਸੀਂ ਪ੍ਰਹਲਾਦ ਦੀ ਪਿਆਜ ਰੱਖੀ ਸੀ, ਹੁਣ ਵਿਤਕਰਾ ਦੇ ਨਾ ਫਿਰ ਕਰੋ। ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ।
ਹਰਨਾਖ ਸਫਾਰੇ ਕਰ ਆਜ ਤੁਸਾਂ ਹਰਨਾਕਸ ਨੂੰ ਨਹੁੰਆਂ ਨਾ ਚੀਰ ਕੇ ਉਹਦੀ ਪਿਆਜ ਰੱਖੀ। ਹੁਣ ਦਰੋਪਤੀ ਲਾਜ ਰੱਖੀ ਹਰ ਪ੍ਰਭ ਦੀ, ਫਿਰ ਤੁਸੀਂ ਦਰੋਪਤੀ ਦੀ ਲਾਜ ਰੱਖੀ। ਛੀਣਤ ਬਸਤਰ, ਗੁਰੂ ਰਾਮਦਾਸ ਜੀ ਨੇ ਪੁੱਛਿਆ ਕਿ ਦਰੋਪਤੀ ਦੀ ਲਾਜ ਕਿਵੇਂ ਰੱਖੀ? ਭੱਟ ਜੀ ਕਹਿੰਦੇ ਨੇ ਹੁਣ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਉਹਦੀ ਲਾਜ ਰੱਖੀ ਤੁਸੀਂ। ਛੀਣਤ ਬਸਤਰ, ਉਹ ਬਸਤਰ ਖੋ ਰਹੇ ਹਨ, ਉਹ ਬਸਤਰ ਖੋ ਰਹੇ ਹਨ। ਦੀਨ ਬੋਸਾ, ਤੁਸੀਂ ਹੋਰ ਬਸਤਰ ਦੇ ਕੇ। ਸੁਦਾਮਾ ਅਪਦਾ ਤੇ ਰਾਖਿਆ, ਸੁਦਾਮੇ ਨੂੰ ਵਿਪਤਾ ਤੋਂ ਬਚਾਇਆ, ਗਰੀਬੀ ਤੋਂ ਬਚਾਇਆ। ਗਣਕਾ ਪੜਤ ਪੂਰੇ ਤੇ ਕਾਜ, ਗਣਕਾ ਦੇ ਸਾਰੇ ਕਾਰਜ ਪੂਰੇ ਤੁਸੀਂ ਕਰ ਦਿੱਤੇ। ਸ਼੍ਰੀ ਸਤਿਗੁਰ ਸੋ ਪ੍ਰਸੰਨ, ਕਲਯੁਗ ਹੋਏ। ਬੜੇ ਧਿਆਨ ਨਾਲ ਸੁਣਨਾ। ਭੱਟ ਜੀ ਕਹਿੰਦੇ ਨੇ ਹੁਣ ਕਲਯੁਗ ਹੈ, ਹੁਣ ਮੇਰੇ ਤੇ ਵੀ ਪ੍ਰਸੰਨ ਹੋਵੋ, ਮੇਰੇ ਤੇ ਵੀ ਪ੍ਰਸੰਨ ਹੋਵੋ। ਰੱਖੋ ਦਾਸ ਪਾਠ ਕੀ ਲਾਜ, ਹੁਣ ਇਸ ਵਿਚਾਰੇ ਦਾਸ ਭੱਟ ਦੀ ਵੀ ਲਾਜ ਰੱਖੋ। ਜਿਵੇਂ ਦਰੋਪਤੀ ਦੀ ਰੱਖੀ, ਪ੍ਰਹਲਾਦ ਦੀ ਰੱਖੀ, ਗਣਕਾ ਦੀ ਰੱਖੀ, ਸੁਦਾਮੇ ਦੀ ਰੱਖੀ, ਹੁਣ ਇਸ ਦਾਸ ਭੱਟ ਦੀ ਵੀ ਲਾਜ ਰੱਖੋ। ਹੁਣ ਕਲਯੁਗ ਹੈ, ਹੁਣ ਮੇਰੇ ਤੇ ਪ੍ਰਸੰਨ ਹੋਵੋ। ਰਹਾਉ ਭਗਤਾਂ ਨੋ ਜਮ ਜੋਹੇ ਨਾ ਸਾਕੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਹੜੇ ਜਮਦੂਤਾਂ ਤੋਂ ਜਗਤ ਡਰਦਾ ਹੈ, ਹਰ ਬੰਦਾ ਕੰਬਦਾ ਹੈ। ਹੱਥ ਮਰੋੜਾ ਤਨ ਕਪੈ ਸਿਆਹੋ ਹੋਆ ਸੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਮਦੂਤ ਆਉਂਦਾ, ਫਿਰ ਬੰਦਾ ਹੱਥ ਮਲਦਾ, ਇੱਕ ਰਾਂਗੇ ਦਾ ਆਉਂਦਾ, ਇੱਕ ਰਾਂਗੇ ਦਾ ਜਾਂਦਾ, ਫਿਰ ਇਹ ਕੰਬਦਾ ਹੈ, ਡਰਦਾ ਹੈ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਮੇਰੇ ਰੱਬ ਦਾ ਪਿਆਰਾ ਭਗਤ ਹੈ, ਜਮਦੂਤ ਉਹਦੇ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖ ਸਕਦਾ। ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਬੜੇ ਧਿਆਨ ਨਾਲ ਸੁਣਨਾ। ਬਾਬਾ ਕਬੀਰ ਜੀ ਕਹਿੰਦੇ ਨੇ ਜਦੋਂ ਜਮਦੂਤ ਬੰਦੇ ਨੂੰ ਲੈ ਕੇ ਜਾਂਦੇ ਆ ਨਾ ਮਨਮੁਖ ਨੂੰ, ਨਾਲੇ ਉਹਨੂੰ ਮਾੜਾ ਚੰਗਾ ਬੋਲਦੇ ਨੇ। ਇੱਕ ਅਸੀਂ ਸ਼ਬਦ ਵਰਤਦੇ ਆ, ਸੰਸਾਰੀ ਲੋਕ ਉਹਨੂੰ ਫਿਟਕਾਰ ਪਾਉਂਦੇ ਆ, ਤੇਰੇ ਲੱਖ ਲਾਹਨਤ, ਫਿਟਕਾਰ ਹੈ ਤੇਰੇ। ਜਿਵੇਂ ਕਿਸੇ ਨੂੰ ਆਖਿਆ ਜਾਂਦਾ ਫਿਟੇ ਮੂੰਹ ਤੇਰਾ, ਲੱਖ ਲਾਹਨਤ ਤੇਰੇ। ਜਮਦੂਤ ਰੱਬ ਤੋਂ ਟੁੱਟੇ ਬੰਦ ਨੂੰ ਲਈ ਜਾਂਦੇ ਨੇ ਔਰ ਉਹਨੂੰ ਫਿਟਕਾਰਾਂ ਪਾਈ ਜਾਂਦੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਜਮਦੂਤਾਂ ਦੀ ਜ਼ਰੂਰਤ ਨਹੀਂ, ਮੈਨੂੰ ਫਿਟਕਾਰ ਪਾ ਜਾਣ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸਕਾਰ। ਜਮਦੂਤ ਮਨਮੁਖ ਨੂੰ ਕਹਿੰਦੇ ਨੇ ਤੇਰੀ ਅਕਲ ਦੇ ਫਿਟਕਾਰ, ਲੱਖ ਲਾਂਤ ਤੇਰੀ ਅਕਲ ਨੂੰ। ਆ ਕੁਛ ਕਰਨਾ ਐਸਾ ਦੁਨੀਆ ਤੇ, ਕਾਹਦੀ ਤੇਰੀ ਅਕਲ ਆ, ਫਿੱਟ ਕੱਟਾ ਤੇਰੀ ਅਕਲ ਦੇ। ਬਾਬਾ ਕਬੀਰ ਜੀ ਕਹਿੰਦੇ ਨੇ ਜਮਦੂਤਾਂ ਦੀ ਜ਼ਰੂਰਤ ਨਹੀਂ, ਮੇਰੀ ਅਕਲ ਨੂੰ ਫਿਟਕਾਰ ਪਾ ਜਾਣ, ਕਬੀਰ ਨੂੰ ਫਿਟਕਾਰ ਪਾ ਜਾਣ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸਕਾਰ। ਜਮਦੂਤ ਮੇਰੀ ਬੇਅਦਬੀ ਨਹੀਂ ਕਰ ਸਕਦਾ, ਕਬੋਲ ਨਹੀਂ ਬੋਲ ਸਕਦਾ। ਉਹਦਾ ਕਾਰਨ ਇਹ ਹੈ ਜਿਨੇ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਬਾਬਾ ਕਬੀਰ ਜੀ ਕਹਿੰਦੇ ਨੇ ਜਿਨੇ ਜਮਦੂਤ ਬਣਾਇਆ ਮੈਂ ਉਹਨੂੰ ਜਪ ਲਿਆ, ਇਸ ਕਰਕੇ ਇਹਦੀ ਹਿੰਮਤ ਕੀ ਮੈਨੂੰ ਫਟਕਾਰ ਪਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹੇ ਮੇਰੇ ਪ੍ਰਭੂ, ਭਗਤਾਂ ਨੂੰ ਜਮ ਜੋਹੇ ਨ ਸਾਕੈ। ਜਮਦੂਤ ਤੇਰੇ ਭਗਤਾਂ ਵੱਲ ਅੱਖ ਪੁੱਟ ਕੇ ਨਹੀਂ ਵੇਖ ਸਕਦਾ। ਕਾਲ ਨਾ ਨੇੜੇ ਜਾਈ, ਮੌਤ ਦਾ ਡਰ ਉਹਨਾਂ ਦੇ ਨੇੜੇ ਤੱਕ ਨਹੀਂ ਫਟਕਦਾ। ਕੇਵਲ RAM ਨਾਮ ਮਨ ਵਸਿਆ। ਉਹਦਾ ਕਾਰਨ ਕੀ ਹੈ? ਉਹਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਹੀ ਵਸਿਆ ਹੈ। ਨਾਮੇ ਹੀ ਮੁਕਤ ਪਾਈ। ਪਰਮੇਸ਼ਰ ਦਾ ਨਾਮ ਜਪ ਜਪ ਕੇ ਉਹ ਵਿਕਾਰਾਂ ਤੋਂ, ਇਹਨਾਂ ਐਬਾਂ ਤੋਂ ਮੁਕਤ ਹੋ ਗਏ ਹੁੰਦੇ ਨੇ। ਇਸ ਕਰਕੇ ਜਮਦੂਤਾਂ ਦਾ ਉਹਨਾਂ ਤੇ ਵਸ ਨਹੀਂ ਚੱਲਦਾ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ। ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ, ਇਹ ਜਿਹੜੀਆਂ ਕਰਾਮਾਤੀ ਤਾਕਤਾਂ ਹਨ, ਇਹ ਤੇ ਭਗਤਾਂ ਦੇ ਚਰਨਾਂ ਵਿੱਚ ਰਹਿੰਦੀਆਂ ਹਨ। ਸਾਧ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਗੁਰੂ ਜੀ ਦਾ ਪਰਸੋਂ ਪ੍ਰਕਾਸ਼ ਦਿਹਾੜਾ ਹਰ ਸਿੱਖ ਜਿੱਥੇ ਜਿੱਥੇ ਬੈਠਾ ਹੈ ਬੜੇ ਪਿਆਰ ਤੇ ਸ਼ਰਧਾ ਨਾਲ ਮਨਾ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਰੇ ਜਗਤ ਦਾ ਰਟਨ ਕਰਕੇ ਫਿਰ ਬਾਬਾ ਆਇਆ ਕਰਤਾਰਪੁਰ। ਬਾਬਾ ਜੀ ਕਰਤਾਰਪੁਰ ਸਾਹਿਬ ਆ ਗਏ, ਜਿਹੜਾ ਪਾਕਿਸਤਾਨ ਦੇ ਸਰਹੱਦ ਦੇ ਨਾਲ ਹੈ। ਵਾਹਿਗੁਰੂ ਨੇ ਕਿਰਪਾ ਕੀਤੀ, ਮੇਰਾ ਖਿਆਲ ਅੱਜ ਰਸਤਾ ਖੁੱਲ ਗਿਆ ਹੈ। ਜਿੰਨੇ ਦਰਸ਼ਨ ਨਹੀਂ ਕੀਤੇ ਭਾਈ ਕਰਨੇ ਚਾਹੀਦੇ।
ਪਤਾ ਨਹੀਂ ਬੇਈਮਾਨ ਸਰਕਾਰ ਕਦੋਂ ਫਿਰ ਇਹਦਾ ਇਰਾਦਾ ਬਦਲ ਜੇ, ਦਰਸ਼ਨ ਛੇਤੀ ਕਰ ਲੈਣੇ ਚਾਹੀਦੇ ਨੇ। ਬੇਈਮਾਨਾਂ ਦਾ ਪਤਾ ਹੁੰਦਾ, ਅਕਿਰਤ ਘਣਾ ਦਾ ਕੋਈ ਵਿਸ਼ਵਾਸ ਹੁੰਦਾ। ਐਸ ਕਰਕੇ ਵਾਹਿਗੁਰੂ ਕਿਰਪਾ ਕਰੇ, ਛੇਤੀ ਤੋਂ ਛੇਤੀ ਜਿਹਨੇ ਦਰਸ਼ਨ ਨਹੀਂ ਕੀਤੇ, ਜਦੋਂ ਮੌਕਾ ਮਿਲੇ ਕਰ ਲੈਣਾ ਚਾਹੀਦਾ ਹੈ। ਜਿਹੜੀ ਦਾਸ ਬੇਨਤੀ ਕਰ ਰਹੇ, ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪਹਿਨ ਸੰਸਾਰੀ ਕੱਪੜੇ ਮੰਜੀ ਬੈਠ ਕੀ ਅਵਤਾਰਾ। ਹਜ਼ੂਰ ਨੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ, ਮੰਜੀ ਤੇ ਬੈਠ ਕੇ ਉਪਦੇਸ਼ ਕਰ ਲੱਗ ਪਏ, ਖੇਤੀ ਕਰ ਲੱਗ ਪਏ। ਬਾਬਾ ਨਾਨਕ ਜੀ ਨੂੰ ਪਤਾ ਲੱਗਾ ਵੀ ਸ਼ਿਵਰਾਤਰੀ ਦਾ ਮੇਲਾ ਆ ਗਿਆ। ਬਟਾਲੇ ਦੇ ਕੋਲ ਦੱਖਣ ਵਾਲੇ ਪਾਸੇ 3 ਕੋਹ ਤੇ ਇੱਕ ਸਥਾਨ ਹੈ, ਸਿੱਧਾਂ ਦਾ ਬੜਾ ਮਸ਼ਹੂਰ ਅਚਲ। ਉਹ ਸ਼ਬਦ ਤੇ ਬਹੁਤ ਲੰਬਾ ਭਾਈ ਗੁਰਦਾਸ ਜੀ ਨੇ ਇਹ ਗੋਸ਼ਟ ਲਿਖੀ ਹੈ, ਮੈਂ ਆਪ ਨੂੰ ਚੇਤਾ ਕਰਾਉਣਾ ਚਾਹੁੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਦੋਂ ਬਾਬਾ ਨਾਨਕ ਜੀ ਅਚਲ ਬਟਾਲੇ ਆਏ, ਲੱਖਾਂ ਦੀ ਗਿਣਤੀ ਵਿੱਚ ਉੱਥੇ ਲੋਕ ਆਉਂਦੇ ਸਨ, ਪਹਾੜਾਂ ਚੋਂ, ਜੰਗਲਾਂ ਚੋਂ, ਕੰਦਰਾਂ ਚੋਂ ਨਿਕਲ ਕੇ ਜੋਗੀ ਤੇ ਸਿੱਧ ਲੋਕ ਇੱਥੇ ਪਹੁੰਚ ਜਾਂਦੇ ਸਨ। ਜਦੋਂ ਬਾਬਾ ਜੀ ਅਚਲ ਬਟਾਲੇ ਆਏ, ਅਰਬਾਬੀ ਉਹਨਾਂ ਦੇ ਨਾਲ ਸਨ, ਕੀਰਤਨ ਕਰਨ ਵਾਲੇ ਨਾਲ ਸਨ, ਸਿੱਖ ਸਨ, ਬਾਬਾ ਬੁੱਢਾ ਸਾਹਿਬ ਹੋਰੀ। ਦਰਸ਼ਨ ਵੇਖਣ ਕਾਰ ਨੇ ਸਗਲੀ ਉਲਟ ਪਈ ਲੁਕਾਈ, ਕੋਈ ਇਸ਼ਤਿਹਾਰ ਨਹੀਂ, ਕੋਈ ਢੰਡੋਰਾ ਨਹੀਂ ਪਿੱਟਿਆ ਗਿਆ, ਕੋਈ ਅਨਾਉਂਸਮੈਂਟ ਨਹੀਂ ਕੀਤੀ ਗਈ ਵੀ ਬਾਬਾ ਨਾਨਕ ਜੀ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਆ ਰਹੇ ਨੇ, ਕਿਸੇ ਨੂੰ ਕੋਈ ਖਬਰ ਨਹੀਂ ਦਿੱਤੀ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪੂਰੇ ਗੁਰੂ ਜੀ ਆਏ, ਪੂਰੇ ਗੁਰੂ ਦਾ ਪ੍ਰਤਾਪ ਕਿਵੇਂ ਲੁਕ ਸਕਦਾ ਸੀ। ਦਰਸ਼ਨਾਂ ਵਾਸਤੇ ਲੁਕਾਈ ਉਲਟ ਕੇ ਪੈ ਗਈ, ਲੱਗੀ ਬਰਸ਼ਨ ਲక్ష్ਮੀ ਰਿੱਧ ਸਿੱਧ ਨੌ ਨਿਧ ਸੋ ਮਾਇਆ ਦਾ ਮੀਂਹ ਵਰ ਗਿਆ। ਜੋਗੀਆਂ ਨੇ ਬੜੀ ਈਰਖਾ ਖਾਦੀ। ਮੈਂ ਉਹ ਸ਼ਬਦ ਨਹੀਂ ਪੜਨਾ, ਕੇਵਲ ਯਾਦ ਹੀ ਕਰਾਉਣਾ ਚਾਹੁੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ। ਮਾਇਆ ਦਾ ਮੀਂਹ ਵਰ ਗਿਆ, ਬੜੀ ਈਰਖਾ ਖਾਦੀ ਜੋਗੀਆਂ ਨੇ। ਜਿਹੜੇ ਮਹਾਰਾਜ ਦੇ ਨਾਲ ਕੀਰਤਨ ਵਾਲੇ ਆਏ ਸਨ, ਉਹਨਾਂ ਵੀ ਕੀਰਤਨ ਕੀਤਾ। ਉਹਨਾਂ ਦੇ ਕੀਰਤਨ ਤੋਂ ਖੁਸ਼ ਹੋ ਕੇ, ਆਨੰਦਿਤ ਹੋ ਕੇ ਇਹਨਾਂ ਲੋਕਾਂ ਨੇ ਰਾਗੀ ਸਿੰਘਾਂ ਦਾ ਵੀ ਲੋਟਾ ਭਰ ਦਿੱਤਾ ਮਾਇਆ ਨਾਲ। ਜਿਹੜੇ ਸਿੱਧ ਲੋਕ ਸਨ, ਜਿਹੜਾ ਬਾਬੇ ਦੇ ਅੱਗੇ ਮਾਇਆ ਦਾ ਢੇਰ ਲੱਗਾ ਸੀ, ਉਸ ਮਾਇਆ ਤੇ ਜ਼ੋਰ ਨਹੀਂ ਪਿਆ ਸਿੱਧਾ ਜੋਗੀਆਂ ਦੀ ਕਰਾਮਾਤਾਂ ਦਾ। ਜਿਹੜੀ ਵਿਚਾਰੇ ਗਰੀਬ ਰਾਗੀਆਂ ਦੇ ਅੱਗੇ ਮਾਇਆ ਲੋਟੇ 'ਚ ਪਈ ਸੀ, ਭਾਈ ਗੁਰਦਾਸ ਸਾਹਿਬ ਕਹਿੰਦੇ ਲੋਟਾ ਜੋਗੀ ਲਿਆ ਛਪਾਈ, ਮੰਤਰਾਂ ਦੇ ਬਲ ਨਾਲ ਲੋਟਾ ਹੀ ਛਪਾ ਲਿਆ ਮਾਇਆ ਵਾਲਾ। ਇੱਕ ਵਿਚਕਾਰਲਾ ਕੀਰਤਨ ਕਰਨ ਵਾਲਾ ਕਹਿੰਦਾ ਵੀ ਆਪਣਾ ਲੋਟਾ ਗਾਇਬ ਹੋ ਗਿਆ। ਅਰਬਾਬ ਵਾਲੇ ਨੂੰ, ਮੈਂ ਵੀ ਇਸੇ ਟੱਬਰ ਚੋਂ ਹਾਂ ਜੀ, ਮੇਰੀ ਵੀ ਇਹੀ ਅਵਸਥਾ ਹੈ। ਜਦੋਂ ਵੇਖਿਆ ਲੋਟਾ ਗਾਇਬ ਹੋ ਗਿਆ, ਰਬਾਬ ਵਾਲੀ ਰਬਾਬ ਭੁੱਲ ਗਈ, ਰਾਗ ਭੁੱਲ ਗਿਆ, ਸ਼ਬਦ ਭੁੱਲ ਗਿਆ। ਬਾਬਾ ਜੀ ਨੇ ਵੇਖਿਆ ਵੀ ਰਾਗੀਆਂ ਨੂੰ ਹੋਇਆ ਪਿਆ, ਇਹ ਬੜੀ ਬੇਰਸੀ ਹੋ ਗਈ। ਭਾਈ ਗੁਰਦਾਸ ਸਾਹਿਬ ਕਹਿੰਦੇ ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਬਾਬੇ ਨੇ ਵੇਖਿਆ ਵੀ ਇਹਨਾਂ ਦੀ ਸੁਰਤ ਹੁਣ ਲੋਟੇ ਪਿੱਛੇ ਚਲੀ ਗਈ। ਬਾਬਾ ਨਾਨਕ ਜੀ ਨੇ ਪਹਿਲਾ ਰੋਸ ਤੇ ਸਿੱਧਾਂ ਨੂੰ ਕੀਤਾ ਕਿ ਸਿੱਧੋ, ਉਹਨਾਂ ਨੇ ਕੀਰਤਨ ਕੀਤਾ, ਲੋਕਾਂ ਨੇ ਖੁਸ਼ ਹੋ ਕੇ ਉਹਨਾਂ ਦੇ ਲੋਟੇ 'ਚ ਮਾਇਆ ਪਈ। ਤੁਹਾਡੇ ਢਿੱਡ ਪੀੜ ਕੀ ਹੋਈ ਪਈ? ਤੁਸੀਂ ਉਹਨਾਂ ਦਾ ਮਾਇਆ ਦਾ ਲੋਟਾ ਕਿਉਂ ਗਾਇਬ ਕੀਤਾ ਪਏ? ਖਿਮਾ ਕਰਨੀ, ਉਦੋਂ ਜੋਗੀ ਲੋਕ ਚੁੱਕਦੇ ਸੀ ਮਾਇਆ, ਅਰਬਾਬੀਆਂ ਦੇ ਅੱਗੋਂ ਕਰਾਮਾਤਾ ਨਾ ਚੁੱਕ ਲਈ, ਪਰ ਬਾਬੇ ਨੂੰ ਪਸੰਦ ਨਹੀਂ ਆਈ ਗੱਲ। ਅੱਜ ਕਈ ਥਾਵਾਂ ਤੇ ਬੜੇ ਬੜੇ ਪ੍ਰਬੰਧਕ ਚੰਗੇ ਨੇ, ਕਈ ਥਾਵਾਂ ਤੇ ਰਾਗੀ ਕਹਿੰਦੇ ਪ੍ਰਬੰਧਕ ਸਾਡੀ ਮਾਇਆ ਹੀ ਚੁੱਕ ਲੈਂਦੇ ਨੇ। ਮੈਂ ਫਿਰ ਉਹ ਜੋਗੀਆਂ ਦੀ ਰੂਹ ਇਹਨਾਂ 'ਚ ਪ੍ਰਵੇਸ਼ ਕਰਕੇ, ਮਹਾਰਾਜ ਕਹਿੰਦੇ ਪਏ ਤੁਸੀਂ ਇਹਨਾਂ ਦੀ ਮਾਇਆ ਕੋਈ ਚੁੱਕੀ ਪਈ, ਇਹਨਾਂ ਦਾ ਲੋਟਾ ਕਿਉਂ ਵੀ ਲੁਕਾਇਆ? ਤੇ ਦੂਜਾ ਫਿਰ ਉਸ ਬਾਬੇ ਨਾਨਕ ਨੇ ਸਾਡੇ ਤੇ ਕੀਤਾ। ਹਜ਼ੂਰ ਕਹਿੰਦੇ ਹੋਏ ਜੇ ਉਹਨਾਂ ਨੇ ਮਾਇਆ ਲੁਕਾਈ ਲਈ ਤੇ ਆਖਰ ਕਿੱਧਰ ਦੀ ਆ ਗਈ? ਤੁਹਾਨੂੰ ਰਾਗ ਹੀ ਭੁੱਲ ਗਿਆ, ਤੁਹਾਨੂੰ ਸ਼ਬਦ ਹੀ ਭੁੱਲ ਗਿਆ, ਅਰਬਾਬ ਹੀ ਤੁਹਾਨੂੰ ਭੁੱਲ ਗਏ। ਭਾਈ ਸਾਹਿਬ ਕਹਿੰਦੇ ਨੇ ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੁਕਾਈ। ਬਾਬਾ ਜਾਣੀ ਜਾਣ ਸੀ, ਜਿੱਥੇ ਉਹਨਾਂ ਲੋਟਾ ਲੁਕਾਇਆ ਸੀ ਬਾਬੇ ਨਾਨਕ ਨੇ ਕੱਢ ਕੇ ਲਿਆ ਕੇ ਫੇਰ ਆ ਗਈ ਸਿੰਘਾਂ ਲੁਕਾ ਦਿੱਤਾ। ਵੇਖ ਚਲਿੱਤਰ ਜੋਗੀ ਖੁਣਸਾਈ, ਬੜੇ ਈਰਖਾਲੂ ਹੋ ਕੇ ਖਾਦੀ ਖੁਣਸ ਜਗੀਸਰਾਂ ਗੋਸ਼ਟ ਕਰਨ ਸਭੇ ਉਠਾਏ। ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕੋ ਕਾਂਜੀ ਪਾਈ, ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਉਹ ਜਿਹੜਾ ਭੰਗਰਨਾਥ ਸੀ ਨਾ ਬੜਾ ਭੂਏ ਚੜਿਆ ਸੀ, ਆਣ ਕੇ ਕੋ ਸੱਤ ਨਹੀਂ ਕਰਤਾਰ ਨਹੀਂ, ਆਣ ਕੇ ਕਹਿਣ ਲੱਗਾ ਤੂੰ ਦੁੱਧ ਵਿੱਚ ਕਾਂਜੀ ਕੋ ਪਾਤੀ। ਦੁੱਧ ਦਾ ਚਾਟਾ ਫਿੱਟ ਗਿਆ ਹੈ,
ਸਾਡਾ ਜੋਗੀਆਂ ਦਾ ਪੰਥ ਦੁੱਧ ਵਰਗਾ ਚਿੱਟਾ ਸੀ, ਤੂੰ ਦੁੱਧ ਦੇ ਚਾਟੇ ਵਿੱਚ ਕਾਂਜੀ ਪਾ ਕੇ ਸਾਡੇ ਦੁੱਧ ਦਾ ਸੱਤਿਆਨਾਸ਼ ਕਰ ਦਿੱਤਾ। ਬਾਬਾ ਨਾਨਕ ਜੀ ਕਹਿੰਦੇ ਨੇ, ਸਿੱਧੋ ਤੁਸੀਂ ਕਿਹੜੀ ਕਾਂਜੀ ਦੀ ਗੱਲ ਕਰਦੇ ਹੋ, ਤੁਸੀਂ ਕਿਹੜੇ ਦੁੱਧ ਦੀ ਗੱਲ ਕਰਦੇ ਹੋ? ਭੰਗਰਨਾਥ ਪੁੱਤਰਾ ਤੂੰ ਕੀ ਕਹਿਣਾ ਚਾਹੁੰਦਾ? ਭੰਗਰਨਾਥ ਕਹਿੰਦਾ, ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਦੀ ਚਲਾਈ। ਜਦੋਂ ਤੂੰ ਸਮੇਰ ਪਰਬਤ ਤੇ ਸਾਡੇ ਕੋਲ ਗਿਆ, ਤੂੰ ਗੋਰਖ ਮਤੇ ਗਿਆ, ਤੇਰਾ ਲਿਬਾਸ ਕਿਹੜਾ ਸੀ? ਹਜੂਰ ਕਹਿੰਦੇ ਤੁਹਾਡੇ ਵਾਲਾ। ਭੰਗਰਨਾਥ ਕਹਿੰਦਾ, ਗ੍ਰਸਤੀ ਲੋਕ ਗ੍ਰਸਤ ਨੂੰ ਛੱਡ ਕੇ ਜੋਗੀ ਬਣਦੇ ਵੇਖੇ ਸੀ, ਪਰ ਕੋਈ ਜੋਗੀ ਫਿਰ ਗ੍ਰਸਤੀ ਬਣ ਜਾਏ, ਇਹ ਸਾਡੇ ਪੰਥ ਦੀ ਬੜੀ ਹੱਤਕ ਹੋਈ ਹੈ। ਦੁੱਧ ਵਿੱਚ ਤੂੰ ਕਾਂਜੀ ਪਾਤੀ, ਸਾਡੇ ਤੇ ਬਹੁਤ ਵੱਡਾ ਦਾਗ ਲੱਗ ਗਿਆ, ਦੁੱਧ ਦਾ ਚਾਟਾ ਫੁੱਟ ਗਿਆ। ਸਾਧ ਸੰਗਤ, ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਨੇ ਪਹਿਲੀ ਵਾਰੀ ਕਿਸੇ ਨਾਲ ਲੜਾਈ ਕੀਤੀ ਇਸ ਤਰ੍ਹਾਂ ਗ੍ਰਸਤੀਆਂ ਤੋਂ। ਬਾਬਾ ਨਾਨਕ ਜੀ ਕਹਿੰਦੇ, ਹੋ ਸਿੱਧੋ, ਇਹ ਗ੍ਰਸਤੀ ਲੋਕ ਦੁਕਾਨ ਕਰਦੇ ਨੇ, ਵਪਾਰ ਕਰਦੇ ਨੇ, ਮਜ਼ਦੂਰੀ ਕਰਦੇ, ਖੇਤੀ ਕਰਦੇ, ਉਹ ਕਮਾਈ ਇਹ ਕਰਦੇ ਨੇ, ਹੱਥ ਤੇ ਤੁਹਾਡੇ ਧਰਦੇ ਨੇ, ਤੁਸੀਂ ਫੇਰ ਇਹਨਾਂ ਨੂੰ ਕਾਂਜੀ ਕਹਿੰਦੇ ਹੋ। ਹੋਏ ਅਤੀਤ ਗ੍ਰਸਤ ਤਾਜ, ਫਿਰ ਉਹਨੂੰ ਕੇ ਕਰ ਮੰਗਣ ਜਾਏ, ਫਿਰ ਉਹਨਾਂ ਦੇ ਘਰ ਵਿੱਚ ਮੰਗਣ ਜਾਂਦੇ ਹੋ। ਬਿਨ ਦਿੱਤਾ ਕਿਛ ਹੱਥ ਨਾ ਆਈ, ਹਜ਼ੂਰ ਬੜੇ ਜਲਾਲ ਵਿੱਚ ਆਣ ਕੇ ਆਖਣ ਲੱਗੇ, ਸਿੱਧੋ ਜੇ ਗ੍ਰਸਤੀ ਲੋਕ ਤੁਹਾਡੇ ਹੱਥ ਤੇ ਨਾ ਰੱਖਣ, ਤੁਹਾਡੇ ਪੱਲੇ ਕੀ ਹੋਏ? ਜਿਹੜਾ ਤੁਹਾਡਾ ਦੁੱਧ ਦਾ ਚਾਟਾ ਫਿੱਟਿਆ, ਮੇਰੇ ਕਰਕੇ ਨਹੀਂ ਫਿੱਟਿਆ। ਮਹਾਰਾਜ ਕਹਿੰਦੇ ਨੇ, ਨਾਨਕ ਆਖੇ ਭੰਗਰਨਾਥ, ਤੇਰੀ ਮਾਂ ਕੋ ਚੱਜੀ ਆਈ, ਤੇਰੀ ਮਾਂ ਨੂੰ ਚੱਜ ਨਹੀਂ ਸੀ। ਜਿਹੜੀ ਮਾਂ ਸਿਆਣੀ ਹੈ, ਭਾਂਡਾ ਧੋਂਦੀ ਹੈ, ਫਿਰ ਦੁੱਧ ਪਾਉਂਦੀ ਹੈ। ਤੇਰੀ ਮਾਂ ਗੋਰਖਨਾਥ ਨੂੰ ਚੱਜ ਨਹੀਂ ਸੀ, ਤੇਰੇ ਮਨ ਦਾ ਭਾਂਡਾ ਸਾਫ਼ ਨਹੀਂ ਕੀਤਾ, ਉਹਨੇ ਆਪਣਾ ਦੁੱਧ ਪਾ ਦਿੱਤਾ, ਦੁੱਧ ਫੁੱਟ ਗਿਆ, ਮੇਰੇ ਕਰਕੇ ਤੇ ਨਹੀਂ ਫੁੱਟਾ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਇਹ ਬੁਜ਼ੁਰਗ ਇਹ ਸੁਣ ਬਚਨ ਜਗੀਸਰਾ, ਮਾਰ ਕਿਲ ਕਬੋਰੂਏ ਉਠਾਈ। ਸੱਚ ਕੌਣ ਸੁਣਦਾ ਜੀ? ਫਿਰ ਭਾਂਬੜ ਮਚ ਗਏ। ਖੜ ਦਰਸ਼ਨ ਕੋ ਖੇਦਿਆ, ਕਲਯੁਗ ਨਾਨਕ ਬੇਦੀਆ। ਅਰਥ ਤੁਸੀਂ ਸਾਰੇ ਸਮਝਦਾਰ ਗੁਰੂ ਕੇ ਸਿੱਖ ਪਿਆਰੇ ਬੈਠੇ ਹੋ, ਆਪ ਹੀ ਵਿਚਾਰ ਲੈਣੇ। ਸਿੱਧ ਆਖਣ ਲੱਗੇ, ਸਾਡੀ ਬੜੀ ਹੱਤਕ ਕੀਤੀ ਹੈ, 6 ਭੇਖਾਂ ਦੇ ਨਰਾਦਰੀ ਕੀਤੀ। ਸਿੱਧ ਬੋਲਣ ਸਭ ਅਵਖਦੀਆਂ, ਬੜੀਆਂ ਗਾਲਾਂ ਕੱਢਣ ਲੱਗ ਪਏ। ਤੰਤਰ ਮੰਤਰ ਕੀ ਧੁਣੋਂ ਚੜਾਈ। ਭਾਈ ਸਾਹਿਬ ਕਹਿੰਦੇ ਨੇ, ਰੂਪ ਵਟਾਏ ਜੋਗੀਆਂ, ਫਿਰ ਉਹਨਾਂ ਨੇ ਰੂਪ ਵਟਾਉਣੇ ਸ਼ੁਰੂ ਕਰ ਦਿੱਤੇ। ਸਿੰਘ ਬਾਗ ਬੋਚ ਚਲਤ ਦਿਖਾਈ। ਬੜੇ ਧਿਆਨ ਨਾਲ, ਕੋਈ ਸਿੱਧ ਸ਼ੇਰ ਬਣ